हाँ जी जी। सो स्टार्ट कर दे जी ਆਪਾਂ। ਅੱਜ ਆਪਾਂ ਮੇਨਲੀ ਕਰਨਾ ਜੀ ਗ੍ਰਾਫ, ਯਾਨੀ ਕਿ ਮਿਕਸ ਗ੍ਰਾਫ ਆਪਣੇ ਕੋਲੇ ਲਾਈਨ ਆ ਤੇ ਬਾਰ ਆ, ਜਿਹਨੂੰ ਆਪਾਂ ਥੋੜਾ ਡਿਟੇਲ ਦੇ ਵਿੱਚ ਦੇਖਾਂਗੇ। ਠੀਕ ਹੈ ਜੀ, ਧਿਆਨ ਨਾਲ ਦੇਖਿਓ ਇਹਨਾਂ ਨੂੰ। ਤਾਂ ਆਪਣੇ ਕੋਲੇ ਇੱਥੇ ਲਿਖਿਆ ਹੋਇਆ ਜੋ ਕਹਿੰਦੇ ਲਾਈਨ ਗ੍ਰਾਫ ਹੈ ਜੀ, ਉਹ ਆਪਾਂ ਨੂੰ ਸ਼ੋ ਕਰਦਾ ਵਾ। ਲਾਈਨ ਗ੍ਰਾਫ ਆਪਾਂ ਨੂੰ ਸ਼ੋ ਕਰਦਾ ਜੋ ਯਾਨੀ ਕਿ ਵਿਜ਼ਿਟਸ, ਜੋ ਟਰੈਵਲਿੰਗ ਕੀਤੀ, ਯਾਨੀ ਕਿ ਵਿਜ਼ਿਟਸ ਟੂ ਐਂਡ ਫਰੋਮ ਦਾ ਯੂਕੇ, ਯਾਨੀ ਕਿ ਯੂਕੇ ਗਏ ਵੀ ਹੈ ਜੀ, ਯਾਨੀ ਕਿ ਟੂ ਦਾ ਯੂਕੇ ਤੇ ਫਰੋਮ ਦਾ ਯੂਕੇ, ਯੂਕੇ ਤੋਂ ਵੀ, ਯੂਕੇ ਨੂੰ ਵੀ ਤੇ ਯੂਕੇ ਤੋਂ ਵੀ। ਕਹਿੰਦੇ ਵਿਟਸ ਆ ਜੀ ਟੂ ਐਂਡ ਫਰੋਮ ਦਾ ਯੂਕੇ, ਫਰੋਮ ਆਪਾਂ ਨੂੰ ਪੀਰੀਅਡ ਦਿੱਤਾ ਹੋਇਆ, ਆਪਾਂ ਨੂੰ 20 ਸਾਲ ਦਾ ਪੀਰੀਅਡ ਦਿੱਤਾ ਹੋਇਆ ਜੀ। ਇਹ ਆਪਣੇ ਕੋਲ ਲਾਈਨ ਗ੍ਰਾਫ ਆ ਜੀ। ਹੁਣ ਜੇ ਆਪਾਂ ਲਾਈਨ ਗ੍ਰਾਫ ਨੂੰ ਧਿਆਨ ਨਾਲ ਜਾ ਕੇ ਦੇਖੀਏ ਤਾਂ ਲਾਈਨ ਗ੍ਰਾਫ ਚ ਆਪਾਂ ਨੂੰ ਪਤਾ ਲੱਗ ਗਿਆ ਦਾ ਇਹ ਆਪਣੇ ਕੋਲੇ, ਹਾਂਜੀ, ਆਪਣੇ ਕੋਲ ਨੀਚੇ ਟਾਈਮ ਪੀਰੀਅਡ ਦਿੱਤਾ ਹੋਇਆ ਜੀ। ਤੇ ਜਿਹੜੀ ਆਪਣੇ ਕੋਲੇ ਤਾਂ ਵਾਲੀ ਲਾਈਨ ਹੈ, ਯਾਨੀ ਕਿ 4 ਲਾਈਨਾਂ ਨਹੀਂ, ਜਸਟ 2 ਲਾਈਨਾਂ ਹੀ ਹੈ ਜੀ। ਦੂਸਰੀ ਲਾਈਨ ਦੀ ਸਟਰਕਚਰ ਹੀ ਬਸ ਇਦਾਂ ਦੀ ਆ, ਠੀਕ ਹੈ ਨਾ, 3 ਲਾਈਨਾਂ ਨਾ ਸਮਝ ਲਿਓ। ਆਹ ਲਾਈਨ ਜਿਹੜੀ ਹੈਗੀ ਆ, ਜਿਹਨੂੰ ਮੈਂ ਰੈਡ ਕੀਤਾ ਹੁਣ ਥੋੜਾ ਜਿਹਾ, ਤੇ ਉਹ ਤਾਂ ਹੈਗੀ ਹੈ ਯਾਨੀ ਕਿ ਵਿਜ਼ਿਟਸ, ਜੋ ਯਾਨੀ ਕਿ ਯੂਕੇ ਦੇ ਰੈਜ਼ੀਡੈਂਟ ਹੋਰ ਕਿਸੇ ਕੰਟਰੀਆਂ ਚ ਗਏ ਆ ਜੀ। ਉਦਾਂ ਤੁਹਾਨੂੰ ਕਹੇ ਨਾ ਫਰੋਮ ਯੂਕੇ, ਯਾਨੀ ਕਿ ਟੂ ਐਂਡ ਫਰੋਮ ਕਿਹਾ ਵਾ। ਤਾਂ ਵਾਲੀ ਲਾਈਨ ਆ ਫਰੋਮ ਯੂਕੇ, ਯੂਕੇ ਤੋਂ ਹੋਰਾਂ ਕੰਟਰੀਆਂ ਦੇ ਵਿੱਚ ਜਿਹੜੇ ਲੋਕ ਗਏ ਆ। ਨੀਚੇ ਵਾਲੀ ਆ ਕਿ ਜਿਹੜੇ ਲੋਕ ਯੂਕੇ ਦੇ ਵਿੱਚ ਗਏ ਆ, ਹੋਰਾਂ ਕੰਟਰੀਆਂ ਦੇ ਲੋਕ ਯੂਕੇ ਦੇ ਵਿੱਚ ਗਏ। ਹਾਂਜੀ, ਤਾਂ ਵਾਲੀ ਲਾਈਨ ਯੂਕੇ ਦੇ ਰੈਜ਼ੀਡੈਂਟਸ ਹੋਰਾਂ ਕੰਟਰੀਆਂ ਚ ਗਏ ਆ ਜੀ। ਨੀਚੇ ਵਾਲੀ ਲਾਈਨ ਕਿ ਹੋਰਾਂ ਕੰਟਰੀਆਂ ਦੇ ਲੋਕ ਯੂਕੇ ਦੇ ਵਿੱਚ ਗਏ ਆ ਜੀ। ਸਾਈਡ ਤੇ ਮਿਲੀਅਨਸ ਲਿਖਿਆ ਹੋਇਆ ਜੀ ਆਪਾਂ। ਓਕੇ, ਜੇ ਤੁਸੀਂ ਨੇਚਰ ਦੇਖੋ ਤਾਂ ਨੇਚਰ ਦੋਨੇ ਹੀ ਸਮੇਂ ਦੇ ਹਿਸਾਬ ਨਾਲ ਯਾਨੀ ਕਿ ਤਾਂ ਨੂੰ ਵੱਧ ਰਹੀਆਂ, ਸੇਮ ਹੀ ਦੋਨਾਂ ਨੇ ਸਪੀਡ ਜੀ ਫੜੀ ਇੱਥੇ ਜੇ ਆ ਕੇ। ਯਾਨੀ ਕਿ ਪਹਿਲਾਂ ਜ਼ਿਆਦਾ ਨਹੀਂ ਸੀਗੀਆਂ, ਪਹਿਲਾਂ ਗ੍ਰੈਜੂਅਲ ਯਾਨੀ ਕਿ ਦੇਖਿਆ ਗਿਆ ਥੋੜਾ ਜਿਹਾ ਵੱਧਦਾ, ਬਾਅਦ ਚ ਥੋੜਾ ਰੈਪਿਡ ਮੂਵਮੈਂਟ ਦੇਖੀ ਗਈ ਜੀ ਇਹਨਾਂ ਦੇ। ਚਲੋ ਆਪਾਂ ਨੂੰ ਲਾਈਨ ਗ੍ਰਾਫ ਦਾ ਪਤਾ ਲੱਗ ਗਿਆ। ਬਾਰ ਦੇ ਵਿੱਚ ਕੀ ਕਹਿੰਦੇ, ਬਾਰ ਦੇ ਵਿੱਚ ਕੀ ਕਹਿੰਦੇ, ਮੋਸਟ ਪਪੂਲਰ ਕੰਟਰੀਜ਼ ਦੱਸੀਆਂ ਵੀਆਂ ਵਿਜ਼ਿਟਡ ਬਾਈ ਯੂਕੇ ਰੈਜ਼ੀਡੈਂਟਸ। ਹੁਣ ਦੇਖੋ ਨੀਚੇ ਵਾਲਾ ਬਾਰ ਗ੍ਰਾਫ ਦੱਸਦਾ ਜੀ ਮੋਸਟ ਪਪੂਲਰ ਕੰਟਰੀਜ਼ ਆ। ਇਹ ਕੰਟਰੀਜ਼ ਕਿਹੜੀਆਂ ਵਾ, ਜਿਹੜੀਆਂ ਯੂਕੇ ਦੇ ਰੈਜ਼ੀਡੈਂਟਸ ਨੇ ਦੇਖੀਆਂ। ਤੇ ਹੁਣ ਕੋਈ 20 ਸਾਲ ਦਾ ਪੀਰੀਅਡ ਨਹੀਂ ਹੈਗਾ, ਹੁਣ ਸਿਰਫ 1999 ਹੈ ਜੀ। 1999 ਦਾ ਇੱਕ ਸਿੰਗਲ ਸਾਲ ਚੱਕਿਆ ਉਹਨਾਂ ਨੇ, ਜਿਹਦੇ ਵਿੱਚ ਲਿਖਿਆ ਕਿ ਤੁਰਕੀ ਦੇ ਵਿੱਚ ਯੂਕੇ ਦੇ ਕਿੰਨੇ ਰੈਜ਼ੀਡੈਂਟਸ ਗਏ, ਫਿਰ ਗ੍ਰੀਸ ਦੇ ਵਿੱਚ ਕਿੰਨੇ ਗਏ, ਸਪੇਨ ਚ ਕਿੰਨੇ ਗਏ, ਯੂਐਸ ਚ ਕਿੰਨੇ ਗਏ, ਫਰਾਂਸ ਵਿੱਚ ਕਿੰਨੇ ਗਏ। ਇਹ ਲੋਕ ਕਿਹੜੇ ਆ, ਲੋਕ ਹੈ ਮਿਲੀਅਨਸ ਚ, ਮਿਲੀਅਨਸ ਦੇ ਵਿੱਚ ਲੋਕ ਹੈ ਕਿਹੜੇ, ਯੂਕੇ ਦੇ ਰੈਜ਼ੀਡੈਂਟਸ। ਹੁਣ ਆਪਾਂ ਨੂੰ ਕਲੀਅਰ ਹੈ ਜੀ, ਲਾਈਨ ਚ ਦੱਸਿਆ ਕਿ ਯੂਕੇ ਦੇ ਲੋਕੀ ਹੋਰਾਂ ਕੰਟਰੀਆਂ ਚ ਕਿੰਨੇ ਗਏ ਤੇ ਹੋਰਾਂ ਕੰਟਰੀਆਂ ਦੇ ਲੋਕ ਯੂਕੇ ਚ ਕਿੰਨੇ ਆਏ। ਤੇ ਬਾਹਰ ਚ ਦੱਸਿਆ ਵਾ ਜੀ ਕਿ ਯੂਕੇ ਦੇ ਜਿਹੜੇ ਜਾਨੀ ਕਿ ਰੈਜ਼ੀਡੈਂਟਸ ਆ ਉਹ ਕਿਹੜੀਆਂ ਕਿਹੜੀਆਂ ਕੰਟਰੀਆਂ ਦੇ ਵਿੱਚ ਗਏ ਤੇ ਕਿੰਨੇ ਕਿੰਨੇ ਮਿਲੀਅਨ ਗਏ। ਠੀਕ ਹੈ ਜੀ, ਇਹ ਚੀਜ਼ ਆਪਾਂ ਨੂੰ ਕਲੀਅਰ ਹੈ। ਹਾਈਲਾਈਟਡ ਫੀਚਰ ਜੇ ਆਪਾਂ ਕਰਨੇ ਹੋਣ ਤਾਂ ਕਿਹੜੇ ਹੈ, ਹਾਈਲਾਈਟਡ ਫੀਚਰ ਹੈ ਜੀ ਕਿ ਯੂਕੇ ਦੇ ਰੈਜ਼ੀਡੈਂਟਸ, ਤੁਸੀਂ ਕਹੋਗੇ ਜੀ ਕਿ ਯੂਕੇ ਦੇ ਵਿੱਚ ਜਿਹੜੀਆਂ ਵਿਜ਼ਿਟਿੰਗ ਹੋਈਆਂ ਵਾ ਉਹ ਘੱਟ ਆ, ਕਿਹਦੇ ਕੰਪੈਰੀਜ਼ਨ, ਯੂਕੇ ਦੇ ਰੈਜ਼ੀਡੈਂਟਸ ਦੇ ਕੰਪੈਰੀਜ਼ਨ ਜਿਹੜੇ ਹੋਰਾਂ ਕੰਟਰੀਆਂ ਚ ਗਏ ਆ ਜੀ। ਜਾਨੀ ਕਿ ਆਪਾਂ ਕਹੀਏ ਜੀ, ਜੇ ਤੁਸੀਂ ਤਾਂ ਵਾਲੀ ਲਾਈਨ ਦੇਖੋ ਤਾਂ ਵਾਲੀ ਲਾਈਨ ਸੀਗੀ ਜੀ, ਜੋ ਯੂਕੇ ਦੇ ਰੈਜ਼ੀਡੈਂਟਸ ਆ ਉਹਨਾਂ ਦੀ ਗਿਣਤੀ ਜ਼ਿਆਦਾ, ਫਰੋਮ ਯੂਕੇ ਵਿਜ਼ਿਟਸ ਜ਼ਿਆਦਾ ਵਾ ਇਹਦੇ ਨਾਲੋਂ। ਹਾਂਜੀ, ਟੂ ਯੂਕੇ ਦੇ ਨਾਲੋਂ ਫਰੋਮ ਯੂਕੇ ਵਿਜ਼ਿਟਸ ਜ਼ਿਆਦਾ ਵਾ ਇਹਦੇ ਜੀ, ਟੂ ਯੂਕੇ ਦੇ ਨਾਲੋਂ। ਯਾਨੀ ਕਿ ਜਿਹੜੇ ਲੋਕ ਯੂਕੇ ਦੇ ਵਿੱਚੋਂ ਕਿਸੇ ਹੋਰਾਂ ਕੰਟਰੀਆਂ 'ਚ ਗਏ ਆ ਉਹ ਜ਼ਿਆਦੇ ਆ ਕਿਹਨਾਂ ਦੇ ਕੰਪੈਰੀਜ਼ਨ, ਜੋ ਯੂਕੇ ਦੇ ਵਿੱਚ ਆਏ ਆ। ਇਹ ਤੁਹਾਡਾ ਪਹਿਲਾ ਹਾਈਲਾਈਟਡ ਫੀਚਰ। ਦੂਸਰਾ ਮੋਰ ਓਵਰ ਪਾ ਕੇ ਬਾਰ ਗ੍ਰਾਫ ਦਾ ਕੀ ਹੈ ਜੀ ਕਿ ਜ਼ਿਆਦਾਤਰ ਜਿਹੜੇ ਯੂਕੇ ਦੇ ਰੈਜ਼ੀਡੈਂਟਸ ਸੀਗੇ ਉਹ ਸਪੇਨ ਤੇ ਫਰਾਂਸ ਵਿੱਚ ਜ਼ਿਆਦਾ ਗਏ ਤੇ ਤੁਰਕੀ ਦੇ ਵਿੱਚ ਸਭ ਤੋਂ ਘੱਟ ਗਏ ਜੀ। ਇਹ ਤੁਹਾਡਾ ਦੂਸਰੇ ਵਿੱਚੋਂ ਹਾਈਲਾਈਟਡ ਫੀਚਰ ਹੋ ਗਿਆ ਜੀ। ਬਸ ਤਾਂ ਵਾਲਿਆਂ ਵਿੱਚੋਂ ਵੀ ਮੈਂ ਦੋਨਾਂ ਨੂੰ ਕੰਪੇਅਰ ਕਰਕੇ ਹਾਈਲਾਈਟਡ ਫੀਚਰ ਬਣਾਤਾ, ਨੀਚੇ ਵਾਲਿਆਂ ਦੇ ਵਿੱਚੋਂ ਵੀ ਬਣਾਤਾ ਜੀ। ਹੁਣ ਦੇਖਦੇ ਆ ਰਾਈਟਰ ਨੇ ਕੀ ਕੀ ਲਿਖਿਆ ਤੇ ਕਿਵੇਂ ਕਿਵੇਂ ਲਿਖਿਆ। ਹਾਂਜੀ, ਤੁਹਾਨੂੰ ਧਿਆਨ ਨਾਲ ਦੇਖਿਓ ਜੀ ਇਹ ਚੀਜ਼। ਹਾਂਜੀ, ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਦੇਖਦੇ ਹਾਂ ਜੀ।
मैं तुहानू थोड़ी थोड़ी चीज ही शो करूंगा ताकि तुसी बाकी ना पढ़ो। हाँ जी, इहदे विच देखो की है, कहंदे जी जो लाइन ग्राफ है जी, देखो लाइन ग्राफ सिंगुलर आ तां इन्हां ने इत्थे इत्थे पाई आ, कई बच्चे नहीं पाउंदे, ध्यान च रखिया करो। लाइन ग्राफ कहंदे शो करदा वा द नंबर ऑफ यूके रेजिडेंट्स, नंबर ऑफ यूके रेजिडेंट्स, हाँ जी, गोइंग, जो जा रहे हैं जी, कित्थे जा रहे हैं, बाहर जा रहे हैं, फ्रॉम द यूके, यूके तो। ਹੁਣ ਇਹ ਕੱਲੀ ਯੂਕੇ ਰੈਜ਼ੀਡੈਂਟ ਦੇ ਬਾਰੇ ਥੋੜੀ ਦੱਸਦਾ ਵਾ, ਨਾਲ ਨਾਲ ਹੋਰ ਵੀ ਚੀਜ਼ ਦੱਸਦਾ ਸੀ ਜਿਹੜੇ ਯੂਕੇ ਦੇ ਵਿੱਚ ਆਏ ਆ, ਤੇ ਨਾਲ ਨਾਲ ਕਹਿੰਦੇ ਕਿਹੜੀ ਚੀਜ਼ ਹੈ ਜੀ, ਬਾਹਰਲੇ ਰੈਜ਼ੀਡੈਂਟਸ, ਹੋਰਾਂ ਕੰਟਰੀਆਂ ਦੇ ਰੈਜ਼ੀਡੈਂਟਸ ਜਿਹੜੇ ਜਿਨ੍ਹਾਂ ਨੇ ਵਿਜ਼ਿਟਿੰਗ ਕੀਤਾ ਵਾ ਦਾ ਯੂਕੇ, ਯੂਕੇ ਦੇ ਵਿੱਚ, ਤੇ ਨਾਲ ਦੱਸਦਾ ਜੀ ਆਪਾਂ ਨੂੰ ਸਮਾਂ। ਹੁਣ ਇਹ ਹੋ ਗਿਆ ਜੀ ਆਪਣਾ ਲਾਈਨ, ਤੇ ਹੁਣ ਵਾਈਲ ਪਾ ਕੇ ਇੱਥੇ ਦੇਖੋ ਕੰਪਲੈਕਸ ਸੈਂਟੈਂਸ ਬਣਾਇਆ, ਇੱਥੇ ਕੋਮਾ ਪਾਇਆ ਜੀ ਇਹਨਾਂ ਨੇ। ਦੋ ਜਦੋਂ ਤੁਹਾਨੂੰ ਗ੍ਰਾਫ ਦਿੱਤੇ ਹੋਣ ਤਾਂ ਤੁਸੀਂ ਵਾਈਲ ਦੇ ਨਾਲ, ਵੇਅਰ ਐਸ ਦੇ ਨਾਲ, ਹਾਊ ਐਵਰ ਦੇ ਨਾਲ, ਜਿਹੜੇ ਮਰਜ਼ੀ ਕਨੈਕਟਰ ਨਾਲ ਜੋੜ ਸਕਦੇ ਹੋ। ਤੁਸੀਂ ਇੱਥੇ ਕਨੈਕਟਰ ਇੱਕ ਹੋਰ ਲਾ ਸਕਦੇ ਸੀ, ਹਾਂਜੀ, ਹਾਊ ਐਵਰ ਵਾਲਾ ਜੀ, ਆਹ ਵਾਲਾ ਹਾਊ ਐਵਰ ਦਾ ਬਾਰ ਗ੍ਰਾਫ ਕੀ ਸ਼ੋ ਕਰ ਰਿਹਾ ਸੀ, ਯਾਨੀ ਕਿ ਉਹ ਦੱਸ ਸਕਦੇ ਸੀ। ਕਹਿੰਦੇ ਵਾਈਲ ਦਾ ਬਾਰ ਗ੍ਰਾਫ ਕਹਿੰਦੇ ਜਾਣਕਾਰੀ ਦਿੰਦਾ ਵਾ, ਹਾਂਜੀ, ਗਿਵਸ ਇਨਫੋਰਮੇਸ਼ਨ ਕਿਹਦੇ ਬਾਰੇ ਜੀ, ਹਾਊ ਮੈਨੀ ਯੂਕੇ ਰੈਜ਼ੀਡੈਂਟਸ, ਵੀ ਕਿੰਨੇ ਯੂਕੇ ਰੈਜ਼ੀਡੈਂਟਸ ਨੇ ਸੈਕੰਡ ਫਾਰਮ ਲਈ ਟਰੈਵਲ ਕੀਤਾ ਜੀ, ਟੂ 5 ਆਫ ਦਾ ਮੋਸਟ ਪਪੂਲਰ ਕੰਟਰੀਜ਼, ਹਾਂਜੀ, 5 ਮੋਸਟ ਪਪੂਲਰ ਕੰਟਰੀਜ਼ ਦੇ ਵਿੱਚ, ਕਦੋਂ ਜੀ, 1999 ਦੇ ਵਿੱਚ। ਤੇ ਯੂਨਿਟਸ ਜਿਹੜੀਆਂ ਮੈਜ਼ਰ ਕੀਤੀਆਂ ਜਾਂਦੀਆਂ ਕਿਹਦੇ ਵਿੱਚ ਜੀ, ਮਿਲੀਅਨਸ ਆਫ ਪੀਪਲ ਦੇ ਵਿੱਚ। ਯੂਨਿਟਸ ਕਿਹਦੇ ਵਿੱਚ ਮੰਨੀਆਂ ਗਈਆਂ ਵਾ, ਹਾਂਜੀ, ਮਿਲੀਅਨਸ ਆਫ ਪੀਪਲ, ਜਾਂ ਕੱਲਾ ਮਿਲੀਅਨਸ ਵੀ ਕਹਿ ਸਕਦੇ ਸੀਗੇ। ਤਾਂ ਆਪਾਂ ਦੇਖਿਆ ਕਿ ਆਪਣੀ ਜਿਹੜੀ ਇੰਟਰੋਡਕਸ਼ਨ ਸੀਗੀ ਉਹਦੇ ਵਿੱਚ ਕੋਮਾ ਪਾ ਕੇ, ਵਾਈਲ ਪਾ ਕੇ, ਦੋ ਸੈਂਟੈਂਸਸ ਨੂੰ ਜੋੜਤਾ ਜੀ ਇਹਨਾਂ ਨੇ। ਹਾਂਜੀ, ਨੈਕਸਟ ਚੱਲਦੇ ਜੀ, ਹੁਣ ਆਪਾਂ ਚੱਲਦੇ ਹਾਂ ਕਿ ਇਹਨਾਂ ਨੇ ਯਾਨੀ ਕਿ ਡਿਜ਼ਾਈਨ ਕਿੱਦਾਂ ਕੀਤਾ ਜੀ। ਨੈਕਸਟ ਜਾ ਕੇ ਦੇਖਦੇ ਡਿਜ਼ਾਈਨ ਕਿੱਦਾਂ ਕੀਤਾ। ਤਾਂ ਹਾਈਲਾਈਟਡ ਫੀਚਰ ਦੇਖ ਲਈਏ ਜੀ। ਸਭ ਤੋਂ ਪਹਿਲਾਂ ਹਾਈਲਾਈਟਡ ਫੀਚਰ ਕੀ ਕੱਢੇ ਜੀ, ਕਹਿੰਦੇ ਓਵਰਆਲ ਜੇ ਆਪਾਂ ਦੇਖੀਏ ਤਾਂ ਦੇਅਰ ਵਾਸ, ਹੁਣ ਧਿਆਨ ਨਾਲ ਦੇਖਿਓ, ਆ ਤੁਹਾਡਾ ਸਬਜੈਕਟ ਆ ਤੁਹਾਡੀ ਵਰਬ ਆ, ਤੇ ਹੁਣ ਜਿਹੜਾ ਇਨਕਰੀਜ਼ ਇੱਥੇ ਯੂਜ਼ ਕੀਤਾ ਵਾ ਉਹ ਨਾਊਨ ਦੇ ਤੌਰ ਤੇ ਯੂਜ਼ ਕੀਤਾ, ਨਾ ਕਿ ਵਰਬ ਦੇ ਤੌਰ ਤੇ। ਕਹਿੰਦੇ ਜੀ, ਕਹਿੰਦੇ ਵਾਧਾ ਸੀਗਾ ਜੀ ਇੱਥੇ ਇੱਕ, ਹਾਂਜੀ, ਵਾਧਾ ਕਿਹਦੇ ਵਿੱਚ ਸੀਗਾ, ਓਕੇ, ਦਾ ਨੰਬਰ ਆਫ ਵਿਜ਼ਿਟਸ, ਕਹਿੰਦੇ ਕਿ ਵਾਧਾ ਕਿਹਦੇ ਵਿੱਚ ਸੀਗਾ ਜੀ, ਕਹਿੰਦੇ ਨੰਬਰ ਆਫ ਵਿਜ਼ਿਟਸ ਟੂ ਐਂਡ ਫਰੋਮ ਦਾ ਯੂਕੇ। ਧਿਆਨ ਨਾਲ ਦੇਖਿਓ ਜੀ, ਕਿਉਂਕਿ ਯੂਕੇ ਵਿੱਚ ਵਿਜ਼ਿਟ ਕਰਨ ਵਾਲੇ ਵੀ ਵੱਧ ਗਏ ਸੀਗੇ, ਤੇ ਯੂਕੇ ਤੋਂ ਜਿਹੜੇ ਬਾਹਰ ਵਿਜ਼ਿਟ ਕੀਤਾ ਤੇ ਉਹ ਵੀ ਯਾਨੀ ਕਿ ਵੱਧ ਗਏ, ਦੋਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ, ਤਾਂ ਕਰਕੇ ਰਾਈਟਰ ਨੇ ਟ੍ਰੈਂਡ ਲਿਖਤਾ ਜੀ। ਕਹਿੰਦੇ ਜੀ ਵਾਧਾ ਦੇਖਣ ਨੂੰ ਮਿਲਿਆ ਕਿਹਦੇ ਵਿੱਚ, ਟੂ ਐਂਡ ਫਰੋਮ ਦਾ ਯੂਕੇ। ਹੁਣ ਇੱਥੇ ਕੰਪਾਊਂਡ ਸੈਂਟੈਂਸ ਬਣਾਉਣਾ ਸੀ, ਯਾਨੀ ਕਿ ਕੰਜੰਕਸ਼ਨ ਲਾਈ ਹੈ, ਬਟ ਉਦੋਂ ਪਹਿਲਾਂ ਕੋਮਾ ਲੱਗਣਾ ਜ਼ਰੂਰੀ ਸੀਗਾ, ਜਿਹੜਾ ਕਿ ਨਹੀਂ ਲਾਇਆ। ਇਹ ਗ੍ਰਾਮੈਟੀਕਲ ਮਿਸਟੇਕ ਹੈ ਜੀ। ਜਦੋਂ ਵੀ ਤੁਸੀਂ ਕੰਪਾਊਂਡ ਸੈਂਟੈਂਸ ਬਣਾਓਗੇ, ਆ ਕੰਜੰਕਸ਼ਨ ਦੋਵਾਂ ਨੂੰ ਜੋੜੂਗੀ ਤਾਂ ਕੋਮਾ ਲੱਗੂਗਾ। ਤੇ ਕਹਿੰਦੇ देयर वर मोर विजिट्स, ਤੇ ਕਹਿੰਦੇ ਜ਼ਿਆਦਾ ਵਿਜ਼ਿਟਸ ਸੀਗੀਆਂ, ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਉਹਨੀ, ਜ਼ਿਆਦਾ ਵਿਜ਼ਿਟਸ ਸੀਗੀਆਂ ਕਿਹਨਾਂ ਦੁਆਰਾ, ਅਬਰੋਡ ਬਾਈ ਯੂਕੇ ਰੈਜ਼ੀਡੈਂਟਸ, ਯੂਕੇ ਰੈਜ਼ੀਡੈਂਟਸ ਦੇ ਦੁਆਰਾ ਵਿਜ਼ਿਟਸ ਜ਼ਿਆਦੇ ਸੀਗੀਆਂ, ਕਿਹਨਾਂ ਦੇ ਕੰਪੈਰੀਜ਼ਨ, ਦੈਨ ਵਿਜ਼ਿਟਸ ਟੂ ਦਾ ਯੂਕੇ ਬਾਈ ਕਿਹਨਾਂ ਦੁਆਰਾ, ਜਿਹੜੇ ਹੋਰ ਰੈਜ਼ੀਡੈਂਟਸ ਆ ਹੋਰਾਂ ਕੰਟਰੀਆਂ ਦੇ, ਓਵਰ ਦਾ, ਹਾਂਜੀ, ਪੀਰੀਅਡ ਗਿਵਨ। ਪਹਿਲੇ ਚ ਕਿਹਾ ਜੀ ਦੋਨਾਂ ਦੀ ਗਿਣਤੀ ਵਧੀ ਹੈ ਜੀ, ਦੂਸਰੇ ਦੇ ਵਿੱਚ ਕਹਿੰਦੇ ਜੀ ਕਿ ਯਾਨੀ ਕਿ ਬਾਏ ਯੂਕੇ ਰੈਜ਼ੀਡੈਂਟਸ ਦੀਆਂ ਵਿਜ਼ਿਟ ਜ਼ਿਆਦਾ ਸੀਗੀਆਂ, ਕਿਹਦੇ ਕੰਪੈਰੀਜ਼ਨ, ਟੂ ਯੂਕੇ ਵਿਜ਼ਿਟਸ ਦੇ ਨਾਲ ਦਿੱਤੇ ਹੋਏ ਟਾਈਮ ਪੀਰੀਅਡ ਦੇ ਵਿੱਚ। ਤੇ ਮੈਂ ਤੁਹਾਨੂੰ ਕਿਹਾ ਸੀਗਾ ਮੋਰ ਓਵਰ, ਇਹਨਾਂ ਨੇ ਇੱਥੇ ਪਤਾ ਫਰਦਰ ਮੋਰ, ਕਹਿੰਦੇ ਜੀ ਫਰਦਰ ਮੋਰ ਦਾ ਮੋਸਟ ਪਪੂਲਰ ਕੰਟਰੀ। ਹੁਣ ਆਪਾਂ ਦੋ ਚੱਕੀਆਂ ਸੀਗੀਆਂ, ਆਪਾਂ ਮੋਸਟ ਪਪੂਲਰ ਵੀ ਚੱਕੀਆਂ ਸੀਗੀਆਂ ਤੇ ਲੀਸਟ ਪਪੂਲਰ ਵੀ ਚੱਕੀਆਂ ਸੀਗੀਆਂ, ਰਾਈਟਰ ਨੇ ਕੱਲੀ ਮੋਸਟ ਪਪੂਲਰ ਚੱਕੀ ਜੀ। ਮੋਸਟ ਪਪੂਲਰ ਕੰਟਰੀ ਜਿਹੜੀ ਸੀਗੀ ਟੂ ਵਿਜ਼ਿਟ ਬਾਈ ਯੂਕੇ ਰੈਜ਼ੀਡੈਂਟਸ, ਉਹ ਕਿਹੜੀ ਸੀਗੀ, ਵਾਜ਼ ਫਰਾਂਸ। ਤੇ ਪੀਰੀਅਡ ਕਿਹੜਾ ਸੀਗਾ ਜੀ, ਤੁਸੀਂ ਇੱਥੇ ਸਾਲ ਨਾਲ ਲਿਖ ਕੇ, ਤੁਸੀਂ ਲਿਖ ਕੇ ਵੀ ਹਾਂਜੀ ਸਕਦੇ ਸੀਗੇ, ਇਨ ਗਿਵਨ ਪਾਰਟਿਕੂਲਰ ਈਅਰ, ਨੋਟ ਕਰ ਲਓ ਜੀ। ਹਾਂਜੀ, ਉਹ ਕਹਿੰਦੇ ਪਾਰਟਿਕੂਲਰ ਈਅਰ, ਬਈ ਫਰਾਂਸ ਸਭ ਤੋਂ ਪਪੂਲਰ ਸੀਗੀ ਜਿੱਥੇ ਯੂਕੇ ਲੋਕ ਗਏ, ਕਦੋਂ, ਦਿੱਤੇ ਹੋਏ ਜਿਹੜਾ ਖਾਸ ਆਪਾਂ ਨੂੰ ਸਮਾਂ ਦਿੱਤਾ ਵਾ, 1 ਸਾਲ ਦਿੱਤਾ ਆਪਾਂ ਨੂੰ। ਤਾਂ ਇਹ ਆਪਣਾ ਓਵਰਆਲ ਹੋ ਗਿਆ ਜੀ। ਇਹਦੇ ਵਿੱਚ ਰਾਈਟਰ ਨੇ ਕੀ ਕੀਤਾ, ਕੰਪਾਊਂਡ ਸੈਂਟੈਂਸ ਬਣਾਇਆ ਤੁਹਾਡੇ ਸਾਹਮਣੇ ਇੱਕ ਜੀ,
ਕੰਪਾਊਂਡ ਤੋਂ ਬਾਅਦ ਚੋਂ ਫਰਦਰ ਮੋਰ ਲਾ ਕੇ। ਤੇ ਜੇ ਤੁਸੀਂ ਦੇਖੋ ਪਹਿਲਾਂ, ਜੇ ਤੁਸੀਂ ਗ੍ਰਾਮੈਟਿਕਲ ਰੂਲ ਦੇਖੋ ਤਾਂ देयर वाज ਵਾਲੀ ਸਟਰਕਚਰ ਲਾਈ ਆ ਪਹਿਲਾਂ ਜੀ, ਤੇ ਜਿਹੜੀ ਬਾਅਦ ਚੋਂ ਵਾਲੀ ਆ ਦੀ ਉਹਦੇ ਵਿੱਚ ਸਿੰਪਲ ਸਟਰਕਚਰ ਹੀ ਲਾਈ ਹੈ। देयर वर मोर विजिट्स देन, ਕੰਪੈਰੀਜ਼ਨ ਕੀਤਾ ਜੀ। ਹਾਂਜੀ, ਅੱਗੇ ਜਾ ਕੇ ਦੇਖਦੇ ਜੀ ਆਪਾਂ। ਤਾਂ ਇਹ ਆਪਣੇ ਕੋਲ ਓਵਰਆਲ ਹੋ ਗਿਆ ਜੀ ਆਪਣੇ ਕੋਲ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਡਿਜ਼ਾਈਨਿੰਗ ਕਿੱਦਾਂ ਕੀਤੀ ਹੈ ਜੀ। ਲਾਈਨ ਗ੍ਰਾਫ ਪਹਿਲੇ ਬੀਪੀ ਚ ਲਿਖਿਆ ਕਿ ਬਾਰ ਗ੍ਰਾਫ ਦੂਜੇ ਬੀਪੀ ਚ ਲਿਖਿਆ। ਵੈਸੇ ਤੁਹਾਨੂੰ ਵੱਖੋ ਵੱਖਰੇ ਹੀ ਲਿਖਣੇ ਚਾਹੀਦੇ ਆ, ਕਿਉਂਕਿ ਇਹਨਾਂ ਨੂੰ ਮਿਕਸ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਪੜ੍ਹਦੇ ਆਪਾਂ ਇਹਨੂੰ। ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਲਾਈਨ ਗ੍ਰਾਫ ਦੀ ਗੱਲ ਕਰੀਏ ਤਾਂ ਦੇਖੋ ਲਾਈਨ ਗ੍ਰਾਫ ਦੇ ਵਿੱਚ ਕੀ ਕਿਹਾ ਗਿਆ ਜੀ। ਲਾਈਨ ਗ੍ਰਾਫ ਚ ਕਿਹਾ ਗਿਆ ਕਿ ਜਿਹੜਾ ਦਾ ਨੰਬਰ ਆਫ ਯੂਕੇ ਰੈਜ਼ੀਡੈਂਟਸ ਆ, ਹਾਂਜੀ, ਵਿਜ਼ਿਟਿੰਗ, ਧਿਆਨ ਨਾਲ ਦੇਖਿਓ ਜੀ। ਜੇ ਆਪਾਂ ਇਸ ਸੈਂਟੈਂਸ ਨੂੰ ਪੂਰਾ ਕਰਨਾ ਹੋਵੇ ਤਾਂ ਕੀ ਬਣੂਗਾ ਜੀ, ਹੂ ਵਰ ਵਿਜ਼ਿਟਿੰਗ, ਜਿਹੜੇ ਵਿਜ਼ਿਟ ਕਰ ਰਹੇ ਸੀ। ਦਾ ਨੰਬਰ ਆਫ ਯੂਕੇ ਰੈਜ਼ੀਡੈਂਟਸ ਵਿਜ਼ਿਟਿੰਗ, ਜੋ ਵਿਜ਼ਿਟ ਕਰ ਰਹੇ ਸੀਗੇ ਹੋਰਾਂ ਕੰਟਰੀਆਂ ਚ। ਓਵਰਸੀਜ਼ ਦਾ ਮਤਲਬ ਹੁੰਦਾ ਹੋਰਾਂ ਕੰਟਰੀਆਂ। ਕਹਿੰਦੇ ਜਿਹੜੇ ਨੰਬਰ ਆਫ ਯੂਕੇ ਰੈਜ਼ੀਡੈਂਟਸ ਆ ਜਿਹੜੇ ਵਿਜ਼ਿਟਿੰਗ ਕਰ ਰਹੇ ਸੀਗੇ ਹੋਰਾਂ ਕੰਟਰੀਆਂ ਚ। ਆਹ ਧਿਆਨ ਨਾਲ ਦੇਖਿਓ ਜੀ, ਯਾਨੀ ਕਿ ਤੁਹਾਡੀ ਆ ਰਿਲੇਟਿਵ ਪ੍ਰੋਨਾਉਨ ਆ। ਇੱਥੇ ਹੂ ਵਰ ਲਿਖਿਆ ਨਾ ਜਦੋਂ, ਆਹ ਤੁਹਾਡਾ ਰਿਲੇਟਿਵ ਪ੍ਰੋਨਾਉਨ ਆ ਸਾਰਾ ਬਣਿਆ ਥੱਲੇ, ਆਹ ਵਾਲਾ। ਵੈਸੇ ਯੂਕੇ ਰੈਜ਼ੀਡੈਂਟ ਦੀ ਹੁਣ ਸੈਕਿੰਡ ਫਾਰਮ ਕਿਹੜੀ ਹੈ ਜੀ, ਆਹ ਵਾਲੀ। ਯੂਕੇ ਰੈਜ਼ੀਡੈਂਟ ਦੀ ਵੀ ਨਹੀਂ, ਯਾਨੀ ਕਿ ਨੰਬਰ ਦੀ, ਕਿਉਂਕਿ ਸਟਾਰਟ ਸੈਂਟੈਂਸ ਨੰਬਰ ਤੋਂ ਹੋਇਆ ਜੀ। ਕਹਿੰਦੇ ਜਿਹੜਾ ਨੰਬਰ ਆਫ ਯੂਕੇ ਰੈਜ਼ੀਡੈਂਟਸ ਆ ਜਿਹੜੇ ਬਾਹਰਲੀਆਂ ਕੰਟਰੀਆਂ ਚ ਵਿਜ਼ਿਟ ਕਰ ਰਹੇ ਸੀਗੇ, ਉਹ ਨੰਬਰ ਆ ਜਿਹੜਾ ਬਿਗੇਨ, ਸ਼ੁਰੂ ਹੋਇਆ ਸੀਗਾ ਉਹ ਨੰਬਰ ਬਿਗੇਨ ਐਟ। ਆ ਬਹੁਤ ਵਧੀਆ ਲੈਂਗੁਏਜ ਆ, ਜਸਟ ਅੰਡਰ। ਤੁਸੀਂ ਇਹ ਲੈਂਗੁਏਜ ਨੂੰ ਨੋਟ ਕਰ ਲਓ ਜੀ, ਜਸਟ ਅੰਡਰ, ਬਈ 15 ਮਿਲੀਅਨ ਤੋਂ ਥੋੜਾ ਜਿਹਾ ਹੀ ਨੀਚੇ। ਜੇ ਆਪਾਂ ਜਾ ਕੇ ਇਹਨੂੰ ਦੇਖੀਏ ਜੀ ਜਸਟ ਅੰਡਰ ਨੂੰ, ਤੁਸੀਂ ਗ੍ਰਾਫ ਉੱਪਰ ਜਾ ਕੇ ਦੇਖੋ ਕਿ ਜਾਨੀ ਕਿ ਜਸਟ ਅੰਡਰ 15, ਆ ਦੇਖੋ ਇੱਥੇ ਤੁਹਾਡਾ 15 ਬਣਨਾ ਜੀ, ਤੇ 15 ਤੋਂ ਥੋੜਾ ਜਿਹਾ ਨੀਚੇ ਹੈ ਜੀ। ਤੇ ਯਾਨੀ ਕਿ ਵੋਕੈਬ ਨੋਟ ਕਰ ਲਿਓ, ਜਸਟ ਅੰਡਰ ਹੋ ਗਿਆ ਜੀ। ਫਿਰ ਜਾਨੀ ਕਿ ਜਸਟ और हो गया जी, जे थोड़ी चीज ता होवे जी, जे कोई चीज ज्यादा ही नीचे आ, मान के चलो 30 आ, 30 तो देखो ज्यादा नीचे आ लाइन, मान काफी ज्यादा फर्क है, जस्ट नहीं गी। ये हुंदा जी कंसीडरेबली अंडर, हाँ जी, कंसीडरेबली अंडर। ਜਾਂ ਕੋਈ ਚੀਜ਼ ਕਾਫੀ ਜ਼ਿਆਦਾ ਤਾਂ ਹੋਵੇ ਤਾਂ ਜੀ ਕੰਸੀਡਰੇਬਲੀ ਪਰ ਹੋ ਗਿਆ। ਆਹ ਵਾਲੀ ਲੈਂਗੁਏਜ ਨੋਟ ਕਰ ਲਓ ਜੀ। ਤਾਂ ਆਪਾਂ ਨੂੰ ਕੀ ਕਹਿੰਦੇ ਜੀ, ਕਹਿੰਦੇ ਜੀ ਜੋ ਨੰਬਰ ਆਫ ਯੂਨਿਟਸ ਆ ਜੀ, ਕਹਿੰਦੇ ਸੌਰੀ ਦਾ ਨੰਬਰ ਆਫ ਯੂਕੇ ਰੈਜ਼ੀਡੈਂਟਸ ਜਿਹੜੇ ਸੀਗੇ ਜੋ ਵਿਜ਼ਿਟ ਕਰ ਰਹੇ ਸੀਗੇ, ਹਾਂਜੀ, ਫੋਰਨ ਕੰਟਰੀਆਂ ਚ, ਉਹ ਨੰਬਰ ਕਹਿੰਦੇ ਸ਼ੁਰੂ ਹੋਇਆ ਜੀ, ਕਹਿੰਦੇ ਕਿੱਥੋਂ, ਸਿਰਫ ਯਾਨੀ ਕਿ 15 ਮਿਲੀਅਨ ਤੋਂ ਥੋੜਾ ਜਿਹਾ ਨੀਚੇ ਸਟਾਰਟ ਹੋਇਆ ਸੀਗਾ ਜੀ। ਕਦੋਂ ਜੀ, ਹਾਂਜੀ 1979 ਦੇ ਵਿੱਚ। ਤੇ ਬਾਅਦ ਦੇ ਵਿੱਚ ਉਹ ਰੋਜ਼ ਹੁਣ ਧਿਆਨ ਨਾਲ ਦੇਖੋ, ਥੋੜੇ ਤੋਂ ਬਹੁਤ ਬੱਚੇ ਗਲਤੀ ਕਰਦੇ ਆ, ਪਹਿਲਾ ਸੈਕਿੰਡ ਫਾਰਮ ਲਿਖੋਗੇ ਜੀ, ਪਹਿਲਾ ਵਰਬ ਲਿਖੋਗੇ, ਉਦੋਂ ਬਾਅਦ ਚੋਂ ਉਹਨੂੰ ਤੁਸੀਂ ਮੋਡੀਫਾਈ ਕਰਨ ਵਾਲੀ ਵਰਬ ਲਿਖੋਗੇ। ਹਾਂਜੀ, ਤੁਸੀਂ ਸਿਗਨੀਫੀਕੈਂਟਲੀ ਪਹਿਲਾਂ ਲਿਖ ਦਿੰਦੇ ਹੋ, ਰੋਜ਼ ਬਾਅਦ ਚੋਂ ਲਿਖ ਦਿੰਦੇ ਹੋ ਜੀ, ਉਹ ਗਲਤ ਆ। ਤੇ ਕਹਿੰਦੇ ਜਿਹੜੀ ਇਹ ਚੀਜ਼ ਸੀਗੀ, ਧਿਆਨ ਨਾਲ ਦੇਖਿਓ, ਕਹਿੰਦੇ 15 ਮਿਲੀਅਨ ਤੋਂ ਥੋੜੇ ਨੀਚੇ ਤੋਂ ਇਹ ਸਟਾਰਟ ਹੋਈ ਸੀਗੀ, ਤੇ ਬਾਅਦ ਚੋਂ ਰੋਜ਼ ਸਿਗਨੀਫੀਕੈਂਟਲੀ, ਬੜੀ ਤੇਜ਼ੀ ਦੇ ਨਾਲ, ਕਾਫੀ ਜ਼ਿਆਦਾ, ਕਹਿੰਦੇ ਇਹ ਰੋਜ਼ ਹੋਈ ਟੂ ਰੀਚ, ਹਾਂਜੀ, ਪਹੁੰਚਣ ਦੇ ਲਈ। ਰੋਜ਼ ਕਦੋਂ ਹੋਈ ਜੀ, ਰੋਜ਼ ਹੋਈ ਕਿਉਂਕਿ ਇਹਨੇ ਪਹੁੰਚਣਾ ਸੀਗੇ ਜੀ ਕਿਤੇ, ਟੂ ਰੀਚ, ਹਾਂਜੀ, ਰੀਚ 15 ਮਿਲੀਅਨ ਤੋਂ ਵੀ ਤਾਂ ਪਹੁੰਚਣਾ ਸੀ ਜੀ ਇਹਨੇ 1999 ਦੇ ਵਿੱਚ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਰਾਈਟਰ ਨੇ ਕੀ ਕੀਤਾ ਜੀ, ਰਾਈਟਰ ਨੇ ਆਹ ਲਾਈਨ ਨੂੰ ਇੱਕ ਸਿੰਗਲ ਦੇ ਵਿੱਚ ਦੱਸਤਾ, ਤੁਹਾਨੂੰ ਪਤਾ, ਸਿਰਫ ਸਿੰਗਲ ਸੈਂਟੈਂਸ ਦੇ। ਕਹਿੰਦੇ ਜੀ ਜਿਹੜਾ ਨੰਬਰ ਆਫ ਜੋ ਯੂਕੇ ਸੀਗਾ, ਯੂਕੇ ਰੈਜ਼ੀਡੈਂਟਸ ਜਿਨ੍ਹਾਂ ਨੇ ਵਿਜ਼ਿਟ ਕੀਤਾ ਜੀ, ਕਹਿੰਦੇ ਉਹ ਸਟਾਰਟ ਹੋਇਆ ਸੀਗਾ 15 ਮਿਲੀਅਨ ਤੋਂ ਥੋੜਾ ਜਿਹਾ ਨੀਚੇ, ਬਾਅਦ ਚੋਂ ਜੀ ਉਹ ਕਹਿੰਦੇ ਰੋਜ਼ ਹੋਇਆ ਸਿਗਨੀਫੀਕੈਂਟਲੀ ਰੋਜ਼ ਕਿਉਂ ਹੋਇਆ, ਕਿਉਂਕਿ ਜੀ ਕਹਿੰਦੇ ਉਹਨੇ ਕਹਿੰਦੇ ਪਹੁੰਚਣਾ ਸੀਗਾ, ਕਿੱਥੇ ਪਹੁੰਚਣਾ ਸੀਗਾ, 15 ਮਿਲੀਅਨ ਤੋਂ ਤਾਂ ਪਹੁੰਚਣਾ ਸੀਗਾ ਜੀ। ਤਾਂ ਆਪਾਂ ਨੂੰ ਇੱਥੇ ਪਤਾ ਲੱਗ ਗਿਆ ਜੀ, ਇੱਥੇ ਇਸ ਸਟਰਕਚਰ ਨੂੰ ਨੋਟ ਕਰਿਓ।
ਤੁਸੀਂ ਡਾਇਰੈਕਟਲੀ ਲਿਖਦੇ ਹੋ ਕਿ ਰੋਜ਼ ਸਿਗਨੀਫੀਕੈਂਟਲੀ 2, ਤੁਸੀਂ ਆ ਡਾਇਰੈਕਟਲੀ ਲਿਖਦੇ ਹੋ ਜੀ 15 ਮਿਲੀਅਨ ਤੇ ਪਹੁੰਚ ਗਈ। ਉਹਨਾਂ ਨੇ ਕਿਹਾ ਜੀ ਉਹ ਸਿਗਨੀਫੀਕੈਂਟਲੀ ਰੋਜ਼ ਕੀਤੀ। ਹਾਂਜੀ, ਪਰਪਸ ਕੀ ਸੀ ਉਹਦਾ? ਹਾਂਜੀ, ਪਰਪਸ ਸੀਗਾ ਪਹੁੰਚਣਾ 15 ਮਿਲੀਅਨ ਤੋਂ ਤਾਂ ਪਹੁੰਚਣਾ। ਆ ਲਿਖਿਆ ਪਿਆ ਲਾਸਟ ਈਅਰ। ਹੁਣ ਇਹ ਪਹਿਲਾ ਸੈਂਟੈਂਸ ਖਤਮ ਹੋ ਗਿਆ ਜੀ। ਨੈਕਸਟ ਵਿੱਚ ਕੀ ਕਹਿੰਦੇ? ਹਾਂਜੀ, ਕਹਿੰਦੇ ਰਾਉਂਡ 10 ਮਿਲੀਅਨ, ਲਗਭਗ 10 ਮਿਲੀਅਨ ਕਹਿੰਦੇ ਕਿਹੜੇ ਰੈਜ਼ੀਡੈਂਟਸ, ਹੋਰਾਂ ਕੰਟਰੀਆਂ ਦੇ ਰੈਜ਼ੀਡੈਂਟਸ ਵਿਜ਼ਿਟਡ ਦਾ ਯੂਕੇ, ਯੂਕੇ ਦੇ ਵਿੱਚ ਵਿਜ਼ਿਟ ਕੀਤਾ ਜੀ ਇਹਨਾਂ ਨੇ। ਹਾਂਜੀ, ਫਸਟ ਈਅਰ, ਹਾਂਜੀ ਪਹਿਲੇ ਸਾਲ। ਕਹਿੰਦੇ ਜੀ 10 ਮਿਲੀਅਨ ਰੈਜ਼ੀਡੈਂਟ ਜਿਹੜੇ ਸੀਗੇ ਹੋਰਾਂ ਕੰਟਰੀਆਂ ਦੇ, ਉਹਨਾਂ ਨੇ ਕਹਿੰਦੇ ਵਿਜ਼ਿਟ ਕੀਤਾ ਯੂਕੇ ਦੇ ਵਿੱਚ ਪਹਿਲੇ ਸਾਲ। ਬਿਫੋਰ, ਹਾਂਜੀ ਪਹਿਲਾਂ, ਹਾਂਜੀ ਕਦੋਂ ਪਹਿਲਾਂ ਜੀ? ਬਿਫੋਰ ਕਲਾਈਂਬਿੰਗ ਸਟੈਡਲੀ, ਕਹਿੰਦੇ ਬਿਫੋਰ ਕਲਾਈਂਬਿੰਗ ਸਟੈਡਲੀ, ਹਾਂਜੀ ਸਟੈਡਲੀ ਟੂ ਜਸਟ ਅੰਡਰ 30 ਮਿਲੀਅਨ ਬਾਈ ਦਾ ਫਾਈਨਲ ਈਅਰ। ਮੈਂ ਇਹ ਸਟਰਕਚਰ ਬਹੁਤ ਜ਼ਿਆਦਾ ਵਧੀਆ ਨੂੰ ਨੋਟ ਕਰ ਲਿਓ ਜੀ। ਮੈਂ ਤੁਹਾਨੂੰ ਜਦੋਂ ਹਿੰਦੀ ਤੁਹਾਨੂੰ ਪੰਜਾਬੀ ਦੱਸੂਗਾ ਤੁਹਾਨੂੰ ਵੀ ਲੱਗੂਗਾ ਕਿ ਯੂਨੀਕ ਜੀ ਸਟਰਕਚਰ ਹੈ ਜੀ। ਧਿਆਨ ਨਾਲ ਦੱਸੋ, ਮੈਂ ਪੰਜਾਬੀ ਦੱਸਣ ਲੱਗਿਆ ਜੀ ਇਹਦੀ। ਕਹਿੰਦੇ ਜੀ ਜਾਨੀ ਕਿ ਬੜੀ ਤੇਜ਼ੀ ਦੇ ਨਾਲ, ਕਹਿੰਦੇ ਜੀ ਬੜੀ ਤੇਜ਼ੀ ਦੇ ਨਾਲ, ਕਹਿੰਦੇ ਵੀ ਇੱਕ ਮਿੰਟ 30 ਮਿਲੀਅਨ ਲਿਖੀ ਜਾਂਦੇ, ਡਾਟਾ ਗਲਤ ਨਾ ਲਿਖੀ ਜਾਂਦੇ ਹੁਣ ਕਿਤੇ। ਜਸਟ ਅੰਡਰ 30 ਮਿਲੀਅਨ ਨਹੀਂ, ਡਾਟਾ ਥੋੜਾ ਜਿਹਾ ਗਲਤ ਲਿਖਤਾ ਜੀ ਇਹਨਾਂ ਨੇ। ਹਾਂਜੀ ਹਾਂਜੀ, ਓਕੇ ਓਕੇ ਠੀਕ ਹੈ ਜੀ। ਆ ਦੇਖੋ ਆ ਤੁਹਾਡਾ 30 ਮਿਲੀਅਨ, ਜੇ ਤੁਸੀਂ ਆ ਬਾਹਰ ਨੂੰ ਗਾਂ ਤੱਕ ਜਾ ਕੇ ਦੇਖੋਗੇ ਤਾਂ 30 ਮਿਲੀਅਨ ਤੋਂ ਮਾੜਾ ਨੀਚੇ। ਹੁਣ ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ। ਹਾਂਜੀ, ਕਹਿੰਦੇ ਜੀ ਵੀ 30 ਮਿਲੀਅਨ ਤੇ ਬਹੁਤ ਤੇਜ਼ੀ ਦੇ ਨਾਲ ਪਹੁੰਚਣ ਤੋਂ ਪਹਿਲਾਂ, ਧਿਆਨ ਨਾਲ ਦੇਖਿਓ ਜੀ, ਯਾਨੀ ਕਿ ਤੁਸੀਂ ਕੀ ਕਰਦੇ ਹੋ, ਆਪਾਂ ਪਹਿਲਾਂ ਸਟਾਰਟਿੰਗ ਪੁਆਇੰਟ ਦੱਸਦੇ ਹੁੰਦੇ ਆ, ਫਿਰ ਲਾਸਟ ਪੁਆਇੰਟ। ਰਾਈਟਰ ਨੇ ਦੂਜੇ ਵਿੱਚ ਪਹਿਲਾਂ ਲਾਸਟ ਪੁਆਇੰਟ ਦੱਸਿਆ, ਬਾਅਦ ਦੇ ਵਿੱਚ ਫਸਟ ਪੁਆਇੰਟ ਦੱਸਿਆ, ਬਸ ਇਹ ਫਰਕ ਆ। ਯਾਨੀ ਕਿ ਰਿਵਰਸ ਮੈਥਡ ਲਾਓ ਜੀ, ਰਿਵਰਸ ਮੈਥਡ, ਜੋ ਕਿ ਕੰਪਲੈਕਸ ਹੋ ਕੇ ਲੱਗੂਗਾ ਤੇ ਵੈਰਾਈਟੀ ਸ਼ੋ ਹੋ ਜੂਗੀ। ਤੁਸੀਂ ਕੀ ਕਰਿਆ ਕਰਨਾ ਇਹਦੇ ਵਿੱਚ, ਲਾਈਨ ਦਾ ਨੇਚਰ ਦੇਖ ਲਓ। ਤੁਹਾਨੂੰ ਲਾਈਨ ਦਾ ਨੇਚਰ ਪਤਾ ਲੱਗਿਆ ਜੀ ਕਿ ਲਾਈਨ ਵਧੀ ਆ, ਵਧੀ ਕਿੱਥੇ ਆ ਜੀ? 30 ਮਿਲੀਅਨ ਤੋਂ ਥੋੜੀ ਨੀਚੇ ਤੱਕ। ਤੇ ਵਧਣ ਦਾ ਨੇਚਰ ਦੇਖ ਲਓ ਵੀ ਕਿਵੇਂ ਆ ਜੀ, ਤੇਜ਼ੀ ਨਾਲ ਵਧੀ ਹੈ ਕਿ ਹੌਲੀ ਵਧੀ ਹੈ ਜੀ। ਰਾਈਟਰ ਕਹਿੰਦਾ ਜੀ, ਕਹਿੰਦੇ 30 ਮਿਲੀਅਨ ਤੋਂ ਮਾੜਾ ਜਿਹਾ ਨੀਚੇ ਤੇਜ਼ੀ ਨਾਲ ਪਹੁੰਚਣ ਤੋਂ ਪਹਿਲਾਂ ਡਾਟਾ ਕਿੰਨਾ ਸੀਗਾ? 10 ਮਿਲੀਅਨ ਸੀਗਾ ਜੀ। ਬਸ ਜਾਨੀ ਕਿ ਆਹ ਸਟ੍ਰੈਟਜੀ ਹੈ ਇਹਦੀ। ਜਿਵੇਂ ਤੁਸੀਂ ਕਹਿ ਦਵੋ, ਜਿਵੇਂ ਤਾਂ ਵਾਲੀ ਲਾਈਨ ਤੇ ਲਾਉਣਾ ਹੋਵੇ ਤਾਂ ਕੀ ਲਾਉਂਗਾ ਜੀ? ਬਿਫੋਰ ਰੀਚਿੰਗ, ਹਾਂਜੀ ਬਿਫੋਰ ਰੀਚਿੰਗ, ਉਹ ਕਹਿੰਦੇ ਕਿ ਜਸਟ ਓਵਰ 50 ਮਿਲੀਅਨ, 50 ਮਿਲੀਅਨ ਤੋਂ ਥੋੜਾ ਜਿਹਾ ਉੱਪਰ ਪਹੁੰਚਣ ਤੋਂ ਪਹਿਲਾਂ, ਫਿਰ ਕੋਮਾ ਵੀ ਪਾ ਸਕਦੇ ਹੋ। ਤਾਂ ਬਾਅਦ ਚੋਂ ਹੁਣ ਸਟਾਰਟਿੰਗ ਪੁਆਇੰਟ ਦੱਸ ਸਕਦੇ ਹੋ ਜੀ, ਦਾ ਨੰਬਰ ਆਫ ਵਿਜ਼ਿਟ ਜਿਹੜੀਆਂ ਫਸਟ ਈਅਰ ਚ ਸੀਗੀਆਂ ਉਹ ਕਿੰਨੀਆਂ ਸੀਗੀ। ਇਹ ਜਾਨੀ ਕਿ ਇਹ ਫਾਰਮੂਲਾ ਵਾ। ਤਾਂ ਤੁਹਾਨੂੰ ਕੀ ਕਿਹਾ ਜੀ? ਕਹਿੰਦੇ 30 ਮਿਲੀਅਨ ਤੋਂ ਨੀਚੇ ਤੇਜ਼ੀ ਨਾਲ ਪਹੁੰਚਣ ਤੋਂ ਪਹਿਲਾਂ ਇਹ ਜਿਹੜੀਆਂ ਡਾਟਾ ਸੀਗਾ ਉਹ ਡਾਟਾ ਕਿੰਨਾ ਸੀ? ਡੈਸ਼ ਸੀਗਾ। ਹੁਣ ਫਿਰ ਇੱਕ ਵਾਰੀ ਦੇਖਿਓ ਜੀ, ਕਹਿੰਦੇ ਰਾਉਂਡ 10 ਮਿਲੀਅਨ ਜਿਹੜੇ ਓਵਰਸੀਜ਼ ਰੈਜ਼ੀਡੈਂਟ ਸੀਗੇ ਉਹਨਾਂ ਨੇ ਵਿਜ਼ਿਟ ਕੀਤਾ ਯੂਕੇ ਦੇ ਵਿੱਚ ਫਸਟ ਈਅਰ ਦੇ ਵਿੱਚ। ਕਦੋਂ? ਕਿਹੜੀ ਚੀਜ਼ ਤੋਂ ਪਹਿਲਾਂ ਕੀਤਾ ਜੀ? ਬਿਫੋਰ ਕਲਾਈਂਬਿੰਗ ਸਟੈਡਲੀ, ਬਹੁਤ ਤੇਜ਼ੀ ਨਾਲ 30 ਮਿਲੀਅਨ ਤੋਂ ਮਾੜਾ ਨੀਚੇ ਫਾਈਨਲ ਜੋ ਸਾਲ ਆ ਉਹਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਹਨੇ ਕੀ ਕੀਤਾ? ਇਹ 10 ਮਿਲੀਅਨ ਸੀਗੀ। ਓਕੇ, ਤਾਂ ਇੱਥੇ ਆਪਾਂ ਨੂੰ ਕੰਪਲੈਕਸਿਟੀ ਦਿਖਾਈ ਥੋੜੀ ਜਿਹੀ ਰਾਈਟਰ ਨੇ ਜੀ। ਹਾਂਜੀ, ਜੇ ਪਹਿਲਾ ਰੂਲ ਦੇਖਿਓ ਤਾਂ ਸਿਰਫ ਸੈਕਿੰਡ ਫਾਰਮ ਵਾਲਾ ਰੂਲ ਸੀਗਾ ਜੀ, ਬਾਅਦ ਚੋਂ ਨਵਾਂ ਸੈਂਟੈਂਸ ਸਟਾਰਟ ਹੋਇਆ ਬਿਫੋਰ ਦੇ ਨਾਲ ਜੁੜਿਆ ਹੋਇਆ, ਇਹ ਤੁਹਾਡਾ ਕੰਪਲੈਕਸ ਸੈਂਟੈਂਸ ਹੈ। ਹਾਂਜੀ ਹਾਂਜੀ, ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਆਪਾਂ ਚੱਲਦੇ ਹਾਂ ਜੀ ਬਾਰ। ਬਾਰ ਨੂੰ ਹੁਣ ਕੀ ਕਹਿੰਦੇ? ਕਹਿੰਦੇ ਜੀ 1999 ਦੇ ਵਿੱਚ ਫਰਾਂਸ ਵਾਜ਼ ਵਿਜ਼ਿਟਡ। ਧਿਆਨ ਨਾਲ ਨੋਟ ਕਰ ਲਓ ਜੀ, ਇਹ ਤੁਹਾਡੀ ਵੌਇਸ ਫਾਰਮੇਸ਼ਨ। ਤੁਹਾਡੇ ਚੋਂ ਕਈ ਬੱਚਿਆਂ ਨੂੰ ਵੌਇਸ ਯੂਜ਼ ਨਹੀਂ ਕਰਨਾ ਹੁੰਦਾ। ਦੇਖੋ, ਜੇ ਤਾਂ ਮੂਰੇ ਲਿਖ ਦਿੰਦੇ ਯੂਕੇ ਰੈਜ਼ੀਡੈਂਟਸ, ਜੇ ਤਾਂ ਮੂਰੇ ਲਿਖ ਦਿੰਦੇ ਯੂਕੇ ਰੈਜ਼ੀਡੈਂਟਸ, ਹੁਣ ਇਹ ਖੁਦ ਹੀ ਲੋਕ ਆ, ਖੁਦ ਹੀ ਡੂਅਰ ਆ, ਖੁਦ ਹੀ ਕੰਮ ਕਰ ਸਕਦੇ ਆ, ਫਿਰ ਤਾਂ ਲਿਖਣੀ ਸੀਗੀ ਸਿੱਧੀ ਸੈਕਿੰਡ ਫਾਰਮ, ਫਿਰ ਤਾਂ ਲਿਖਣਾ ਸੀਗਾ ਵਿਜ਼ਿਟਡ। ਹੁਣ ਮੂਰੇ ਕੰਟਰੀ ਦਾ ਨਾਮ ਲਾਇਆ ਪਿਆ ਵਾ
ਡੂਅਰ ਨੂੰ ਪਿੱਛੇ ਲਾਇਆ ਪਿਆ ਵਾ ਬਾਏ ਲਾ ਕੇ। ਹੁਣ ਇਹ ਵੌਇਸ ਆ ਜੀ। ਜਦੋਂ ਤੁਹਾਡੀ ਚੀਜ਼ ਪਹਿਲਾਂ ਹੋਵੇ, ਡੂਅਰ ਪਿੱਛੇ ਹੋਵੇ, ਫਿਰ ਕੀ ਲੱਗਦਾ ਹੁੰਦਾ? ਫਿਰ ਵੌਇਸ ਫਾਰਮੇਸ਼ਨ ਲੱਗਦੀ ਹੁੰਦੀ ਹੈ। ਜਿਵੇਂ ਤੁਹਾਨੂੰ ਲਿਖਿਆ ਗਿਆ, ਫਰਾਂਸ ਵਾਜ਼ ਵਿਜ਼ਿਟਡ। ਫਰਾਂਸ ਵਿਜ਼ਿਟਡ ਕੀਤਾ ਗਿਆ ਸੀਗਾ ਜੀ, ਕਿਹਨਾਂ ਦੇ ਦੁਆਰਾ ਜੀ? 10 ਮਿਲੀਅਨ ਯੂਕੇ ਰੈਜ਼ੀਡੈਂਟਸ ਤੋਂ ਵੀ ਤਾਂ ਸੀਗੇ ਉਹਨਾਂ ਦੇ ਦੁਆਰਾ। ਹੁਣ ਧਿਆਨ ਨਾਲ ਦੇਖਿਓ ਜੀ, ਹੁਣ ਧਿਆਨ ਨਾਲ ਦੇਖਿਓ ਜੀ। ਹੁਣ ਜਿਹੜਾ ਫਰਾਂਸ ਵਿਜ਼ਿਟ ਕੀਤਾ ਗਿਆ ਸੀਗਾ 10 ਮਿਲੀਅਨ ਤੋਂ ਤਾਂ ਯੂਕੇ ਰੈਜ਼ੀਡੈਂਟ ਸੀਗੇ ਜੀ, ਫੋਲੋਡ ਬਾਏ ਸਪੇਨ। ਤੇ ਕਹਿੰਦੇ ਜੀ ਸਪੇਨ ਦੇ ਦੁਆਰਾ ਜਿਹੜੀ ਚੀਜ਼ ਫੋਲੋ ਕੀਤੀ ਗਈ ਉਹ ਸੀਗੀ 9 ਮਿਲੀਅਨ। ਬਈ ਫਰਾਂਸ ਦੇ ਵਿੱਚ 10 ਮਿਲੀਅਨ ਗਏ, ਫੋਲੋਡ ਬਾਏ ਸਪੇਨ। ਜੇ ਸਪੇਨ ਦੇ ਕੇਸ ਚ ਦੇਖੀਏ ਤਾਂ ਸਪੇਨ ਨੇ ਕਿੰਨਾ ਡਾਟਾ ਫੋਲੋ ਕੀਤਾ? 9 ਮਿਲੀਅਨ ਜੀ। ਹਾਂਜੀ ਜੀ, ਇਹ ਦੋਨੇ ਕੰਟਰੀਆਂ ਇਕੱਠੀਆਂ ਕਰਤੀਆਂ। ਕਿਉਂ? ਕਿਉਂਕਿ ਆਹ ਸੀਗੀ 10 ਮਿਲੀਅਨ, ਸੀਗੀ 9 ਮਿਲੀਅਨ, ਜ਼ਿਆਦਾ ਫਰਕ ਹੈ ਨਹੀਂ ਸੀਗਾ ਜੀ। ਅੱਗੇ ਜਾ ਕੇ ਕਹਿੰਦੇ ਜੀ USA ਤੇ ਗ੍ਰੀਸ। ਹੁਣ ਇੱਥੇ ਧਿਆਨ ਨਾਲ ਦੇਖਿਓ, ਇੱਥੇ ਤੁਸੀਂ ਇੱਕ ਕੰਜੰਕਸ਼ਨ ਲਾ ਸਕਦੇ ਸੀਗੀ। ਇਹਨਾਂ ਨੇ ਕੀ ਕੀਤਾ? ਦਾ USA ਤੇ ਗ੍ਰੀਸ ਲਿਖਤਾ ਜੀ। ਤੁਸੀਂ ਇਹਦੇ ਮੂਹਰੇ ਵਰਡ ਲਿਖ ਦਿਓ ਬੋਥ। ਬੋਥ ਦਾ USA ਐਂਡ ਗ੍ਰੀਸ। ਜਦੋਂ ਬੋਥ ਲਾਉਂਗੇ ਤਾਂ ਤੁਹਾਡੀ ਕੋਰਿਲੇਟਿਵ ਕੰਜੰਕਸ਼ਨ ਲੱਗ ਜੂਗੀ, ਇੱਕ ਜਿਹੜੀ ਪੇਅਰ ਦੇ ਰੂਪ ਵਿੱਚ ਹੁੰਦੀ ਆ। ਇਹਦੇ ਨਾਲ ਥੋੜੀ ਜਿਹੀ ਰਾਈਟਿੰਗ ਹੋਰ ਵਧੀਆ ਲੱਗੂਗੀ। ਤੁਸੀਂ ਲਾ ਸਕਦੇ ਸੀਗੇ ਬੋਥ ਦਾ USA ਐਂਡ ਗ੍ਰੀਸ ਹੈਡ। ਉਹਨਾਂ ਕੋਲੇ ਸੀਗੇ ਕਿੰਨੇ ਸੀਗੇ ਜੀ? ਲਗਭਗ 4 ਮਿਲੀਅਨ ਤੇ 3 ਮਿਲੀਅਨ ਵਿਜ਼ਟਰ ਪਿੱਛੇ ਲਾਤੇ ਰਿਸਪੈਕਟਿਵਲੀ। ਯਾਨੀ ਕਿ USA ਦੇ ਸੀਗੇ 4 ਮਿਲੀਅਨ ਤੇ ਗ੍ਰੀਸ ਦੇ ਸੀਗੇ ਜੀ 3 ਮਿਲੀਅਨ। ਯਾਨੀ ਕਿ ਡਾਟੇ ਨੂੰ ਇਕੱਠਾ ਕਰ ਰਹੇ ਆ ਜੀ। ਜਿਹੜੀ ਤਾਂ ਵਾਲੀ ਲਾਈਨ ਸੀਗੀ ਉਹਦੇ ਵਿੱਚ ਡਾਟੇ ਨੂੰ ਇਕੱਠਾ ਕਿਵੇਂ ਕੀਤਾ ਜੀ? ਵੌਇਸ ਫਾਰਮੇਸ਼ਨ ਲਾਈ ਇੱਕ, ਆ ਵੌਇਸ ਫਾਰਮੇਸ਼ਨ ਲਾਈ, ਕੋਮਾ ਪਾਇਆ, ਫੋਲੋਡ ਬਾਏ। ਆ ਸੀਗੀ ਪਹਿਲੀ ਸਟਰਕਚਰ। ਦੂਸਰੀ ਸਟਰਕਚਰ ਕਿਵੇਂ ਲਾਈ? ਦੂਸਰੀ ਦੇ ਵਿੱਚ ਬੋਥ ਡੈਸ਼ ਐਂਡ ਡੈਸ਼ ਹੈਡ ਡੈਸ਼ ਐਂਡ ਡੈਸ਼ ਰਿਸਪੈਕਟਿਵਲੀ। ਆ ਦੂਸਰੀ ਸਟਰਕਚਰ। ਤੀਸਰੀ ਵਿੱਚ ਵੇਖੀਏ ਤਾਂ ਦਾ ਲੀਸਟ ਪੋਪੂਲਰ ਕੰਟਰੀ ਜਿਹੜੀ ਸੀਗੀ ਵਿਜ਼ਿਟਡ ਵਾਜ਼, ਦਾ ਲੀਸਟ ਪੋਪੂਲਰ ਕੰਟਰੀ ਵਿਜ਼ਿਟਡ ਵਾਜ਼ ਸੀਗੀ ਜੀ ਤੁਰਕੀ। ਹੁਣ ਇਹਦੇ ਵਿੱਚ ਰਾਈਟਰ ਨੂੰ ਪਤਾ ਕਿ ਮੈਂ ਹਾਲੇ ਤੱਕ ਕੋਈ ਰਿਲੇਟਿਵ ਪ੍ਰਨਾਊਨ ਨਹੀਂ ਯੂਜ਼ ਕੀਤਾ, ਜਿਵੇਂ ਕਿ ਵਿਚ ਹੋ ਗਿਆ ਜਾਂ ਦੈਟ ਹੋ ਗਿਆ ਜਾਂ ਹੂ ਹੋ ਗਿਆ, ਤਾਂ ਇੱਥੇ ਇਹਨਾਂ ਨੇ ਲਾਸਟ ਲਾਈਨ ਦੇ ਵਿੱਚ ਵਿਚ ਦਾ ਵੀ ਯੂਜ਼ ਕੀਤਾ। ਵਿਚ ਇੱਥੇ ਕੀ ਹੈ? ਵਿਚ ਇੱਥੇ ਰਿਲੇਟਿਵ ਪ੍ਰਨਾਊਨ ਹੈ। ਤਾਂ ਕਹਿੰਦੇ ਲੀਸਟ ਪੋਪੂਲਰ ਕੰਟਰੀ ਜਿਹੜੀ ਵਿਜ਼ਿਟਡ ਹੋਈ ਸੀਗੀ ਉਹ ਤੁਰਕੀ ਸੀਗੀ, ਵਿਚ ਜਿਹੜੀ ਕਿ ਕਹਿੰਦੇ ਵਿਚ ਹੈਡ ਓਨਲੀ ਅਬਾਊਟ 2 ਮਿਲੀਅਨ ਯੂਕੇ ਰੈਜ਼ੀਡੈਂਟਸ, ਜਿਹਦੇ ਵਿੱਚ ਸਿਰਫ 2 ਮਿਲੀਅਨ ਯੂਕੇ ਰੈਜ਼ੀਡੈਂਟ ਸੀਗੇ ਗੋਇੰਗ ਦੇ ਆ, ਜਿਹੜੇ ਇੱਥੇ ਜਾ ਰਹੇ ਸੀਗੇ। ਤਾਂ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਡੀ ਇਹ ਸਿੰਪਲ ਆਨਸਰ ਦੇ ਵਿੱਚ ਕੰਪਾਊਂਡ ਵੀ ਸੀਗੇ, ਇਹਦੇ ਵਿੱਚ ਕੰਪਲੈਕਸ ਵੀ ਸੀਗੇ, ਇਹਦੇ ਵਿੱਚ ਰਿਲੇਟਿਵ ਪ੍ਰਨਾਊਨ ਵੀ ਸੀਗੇ। ਕੋਮੇ ਇਹਦੇ ਵਿੱਚ ਸਹੀ ਜਗ੍ਹਾ ਤੇ ਲਾਏ ਸੀ, ਬਸ ਇੱਕ ਸਿੰਗਲ ਜਗ੍ਹਾ ਤੇ ਉੱਥੇ ਕੋਮਾ ਹੈ ਨਹੀਂ ਸੀਗਾ ਜਿੱਥੇ ਆਪਾਂ ਪਾਇਆ। ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਸੈਂਟੈਂਸ ਨੂੰ ਜ਼ਿਆਦਾ ਹੱਦ ਤੋਂ ਜ਼ਿਆਦਾ ਵਧਾਇਆ ਨਹੀਂ ਗਿਆ ਹੈਗਾ। ਕਈ ਵਾਰੀ ਕਈ ਬੱਚੇ ਜ਼ਿਆਦਾ ਵਧਾਉਂਦੇ ਆ, ਬਟ ਇਹਦੇ ਵਿੱਚ ਇੱਕ ਕਮੀ ਦੇਖੀ ਗਈ ਜੀ। ਕਮੀ ਕਿਹੜੀ ਸੀਗੀ? ਉਹ ਇਹਦੇ ਵਿੱਚ ਸੈਂਟੈਂਸ ਦੇ ਨਾਲ ਜ਼ਿਆਦਾ ਟਾਈਟਲੀ ਨਹੀਂ ਜੁੜ ਰਿਹਾ ਸੀਗਾ ਜੀ। ਸੈਂਟੈਂਸ ਦੇ ਨਾਲ ਆਪਾਂ ਕਨੈਕਟਰ ਦੇਖੋ, ਮੇਰੀ ਗੱਲ ਸੀ, ਇਹਦੇ ਵਿੱਚ ਕੀ ਸੀਗਾ? ਮੰਨ ਕੇ ਲਓ ਆਹ ਲਾਈਨ ਸ਼ੁਰੂ ਹੋਈ ਤੇ ਨੈਕਸਟ ਲਾਈਨ ਸ਼ੁਰੂ ਹੋਈ, ਇੱਥੇ ਕੋਈ ਕਨੈਕਟਰ ਨਹੀਂ। ਆਹ ਲਾਈਨ ਸ਼ੁਰੂ ਹੋਈ, ਇੱਥੋਂ ਆਹ ਦੋਨਾਂ ਦੇ ਵਿੱਚ ਕੋਈ ਕਨੈਕਟਰ ਨਹੀਂ। ਜੇ ਤੁਸੀਂ ਤਾਂ ਵਾਲੇ BP ਦੇ ਵਿੱਚ ਜਾ ਵੜੋ, ਗੱਲ ਇਕੱਲੇ ਨੀਚੇ ਵਾਲੇ ਦੀ ਨਹੀਂ, ਜੇ ਤੁਸੀਂ ਤਾਂ ਵਾਲੇ ਵਿੱਚ ਜਾ ਵੜੋ ਤਾਂ ਜਾਨੀ ਕਿ ਆਹ ਦੋ ਸੈਂਟੈਂਸਸ ਦੀ ਜਾਨੀ ਕਿ ਬੌਂਡਿੰਗ ਨਹੀਂ ਹੋਈ। ਤਾਂ ਸੈਂਟੈਂਸ ਦੇ ਨਾਲ ਜਿਹੜਾ ਜੁੜ ਰਿਹਾ ਵਾ ਉਹ ਜਮਾਂ ਵੀਕ ਸੀ। ਇਹਦੇ ਵਿੱਚ ਕੋਹੀਜ਼ਨ ਤੇ ਕੰਮ ਨਹੀਂ ਕੀਤਾ ਗਿਆ ਜੀ। ਇਹ ਕੋਹੀਜ਼ਨ ਮੀਨਸ ਕਨੈਕਟਰਸ ਤੇ ਕੰਮ ਨਹੀਂ ਕੀਤਾ ਗਿਆ। ਸੈਂਟੈਂਸ ਦੇ ਵਿਦਿਨ ਤਾਂ ਦੋ ਜੋੜੇ ਗਏ ਆ, ਬਟ ਹੋਲ ਸੈਂਟੈਂਸ ਨੂੰ ਹੋਲ ਸੈਂਟੈਂਸ ਨਾਲ ਨਹੀਂ ਜੋੜਿਆ ਗਿਆ ਜੀ। ਇਹ ਇਹਦਾ ਵੀਕ ਪੁਆਇੰਟ ਸੀਗਾ ਜੀ। ਫਿਰ ਇਹਦੇ ਵਿੱਚ ਕੋਲੋਕੇਸ਼ਨ ਜਿਵੇਂ ਕਿ ਜਸਟ ਅੰਡਰ ਹੋ ਗਿਆ, ਫਿਰ ਕਲਾਈਮਿੰਗ ਜਿਵੇਂ ਸਟੈਡਲੀ ਹੋ ਗਿਆ, ਜਿਵੇਂ ਇਹਦੇ ਵਿੱਚ ਬਾਅਦ ਤੋਂ ਅਰੋਜ਼ ਸਿਗਨੀਫੀਕੈਂਟਲੀ ਹੋ ਗਿਆ,
ਤਾਂ ਇਹਦੇ ਵਿੱਚ ਰਾਈਟਰ ਨੇ ਲੈਕਸੀਕਲ ਰਿਸੋਰਸਸ ਬਣਾਏ, ਜਿੰਨੀਆਂ ਉਹ ਬਣਾ ਸਕਦਾ ਸੀਗੀਆਂ ਉਨੀਆਂ ਬਣਾਏ ਜੀ ਉਹ। ਤੁਸੀਂ ਲੈਕਸੀਕਲ ਰਿਸੋਰਸ ਦੇ ਵਿੱਚ ਦੇਖੋਗੇ ਤਾਂ ਨੋ ਰੈਪੀਟੀਸ਼ਨ ਆਫ ਵਰਡ, ਕੋਲੋਕੇਸ਼ਨ ਬਣਾਈਆਂ ਹੋਈਆਂ। ਤੁਸੀਂ GRA ਦੇ ਵਿੱਚ ਦੇਖੋਗੇ ਤਾਂ ਕੰਪਾਊਂਡ ਆ, ਕੰਪਲੈਕਸ ਆ, ਰੈਲੇਟਿਵ ਪ੍ਰਨਾਊਨ ਆ, ਵੌਇਸ ਫਾਰਮੇਸ਼ਨ ਆ, ਤੁਹਾਨੂੰ ਵੈਰਾਈਟੀ ਦੇਖਣ ਨੂੰ ਮਿਲੀ ਇਹਦੇ ਵਿੱਚ। ਸਭ ਤੋਂ ਵੱਡੀ ਗੱਲ, ਸੈਂਟੈਂਸ ਕੰਟਰੋਲ ਕੀਤੇ ਹੋਏ ਆ, ਤੁਸੀਂ ਵਧਾਈ ਜਾਂਦੇ ਹੋ। ਸਾਰੇ BP ਦੇ ਵਿੱਚ ਸਿਰਫ 2 ਸੈਂਟੈਂਸ ਸੀ, 4 ਲਾਈਨਾਂ ਨੂੰ ਜੋੜ ਦਿੰਦੇ ਹੋ ਕਈ ਵਾਰ ਜੀ। ਉਹ ਚੀਜ਼ ਤੇ ਕੰਟਰੋਲ ਰੱਖਿਆ ਰਾਈਟਰ ਨੇ। ਤੇ ਜੇ ਤੁਸੀਂ ਕੋਰਸ ਤੇ ਕੋਹੀਜ਼ਨ ਦੇਖੋ ਤਾਂ ਕਿਤੇ ਨਾ ਕਿਤੇ ਕੋਹੀਜ਼ਨ ਵੀਕ ਸੀਗੀ, ਜਿਹਦੇ ਕਰਕੇ ਕੋਰੈਂਸ ਵੀ ਵੀਕ ਪੈ ਗਈ। ਯਾਨੀ ਕਿ ਨੈਕਸਟ ਲਾਈਨ ਹੁਣ ਕਿਹੜੀ ਹੋਊਗੀ ਇਹ ਮਾਈਂਡ ਦੇ ਵਿੱਚ ਪ੍ਰੈਡਿਕਸ਼ਨ ਹੀ ਨਹੀਂ ਲੱਗ ਰਹੀ ਸੀਗੀ। ਮਾਈਂਡ ਬਸ ਪੜ੍ਹੀ ਜਾਂਦਾ ਸੀ, ਉਹਨੂੰ ਪੂਰਾ ਸੈਂਟੈਂਸ ਪੜ੍ਹ ਕੇ ਪਤਾ ਲੱਗਦਾ ਹੁੰਦਾ ਸੀਗਾ ਕਿਹੜੀ ਗੱਲ ਹੈਪਨ ਹੋ ਗਈ। ਕੋਹੀਜ਼ਨ ਕੀ ਹੁੰਦੀ ਆ, ਜਿਹੜੀ ਪਹਿਲਾਂ ਹੀ ਸਿਗਨਲ ਦੇ ਦੇਵੇ ਕਈ ਵਾਰ ਕਿ ਹੁਣ ਹੋ ਕੀ ਰਿਹਾ ਵਾ ਜੀ, ਹੁਣ ਹੋਊਗਾ ਕੀ। ਤਾਂ ਇਹਦੇ ਵਿੱਚ ਕੋਰੈਂਸ ਤੇ ਕੋਹੀਜ਼ਨ ਵੀਕ ਸੀਗੀ, ਲੈਕਸੀਕਲ ਰਿਸੋਰਸਸ ਵਧੀਆ ਸੀਗੇ, GRA ਵਧੀਆ ਸੀਗੀ, ਟਾਸਕ ਰਿਸਪੌਂਸ ਵੀ ਵਧੀਆ ਸੀਗੇ ਜੀ ਇਹਦੇ ਵਿੱਚ। ਯਾਨੀ ਕਿ ਲੌਜੀਕਲ ਥਿੰਕਿੰਗ ਦੇ ਨਾਲ ਦੋਨੇ ਜੋ ਗ੍ਰਾਫ ਨੂੰ ਵੱਖਰਾ ਵੱਖਰਾ ਲਿਖ ਕੇ ਲਿਖਿਆ ਗਿਆ ਤਾਂ ਕਿ ਰੀਡਰ ਨੂੰ ਕਨਫਿਊਜ਼ਨ ਨਾ ਹੋਵੇ, ਪੜ੍ਹਨ ਵਾਲੇ ਜੋ ਬੰਦਾ ਉਹਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ। ਸੋ ਕੁੱਲ ਮਿਲਾ ਕੇ ਵਧੀਆ ਲੈਵਲ ਦਾ ਸੀਗਾ, 6.5 ਪਲੱਸ ਬੈਂਡ ਵਾਲਾ ਸੀਗਾ ਜੀ। 7 ਤੱਕ ਵੀ ਆਰਾਮ ਨਾਲ ਹਿੱਟ ਕਰ ਸਕਦਾ ਜੀ, ਬਟ ਕੰਮ ਇੱਥੇ ਹੋਰ ਕੀਤਾ ਜਾ ਸਕਦਾ ਸੀ। ਬਾਈ ਕੰਟਰਾਸਟ ਲਾ ਕੇ ਕੰਟਰਾਡਿਕਟ ਸੈਂਟੈਂਸ ਟੂ ਸੈਂਟੈਂਸ ਕੀਤੀ ਜਾ ਸਕਦੀ ਸੀ, ਹਾਊ ਐਫਟਰ ਲਿਖਿਆ ਜਾ ਸਕਦਾ ਸੀਗਾ। ਯਾਨੀ ਕਿ ਕੁਝ ਕੁ ਕਨੈਕਟਰ ਇਦਾਂ ਦੇ ਹੋ ਸਕਦੇ ਸੀਗੇ ਜਿਨ੍ਹਾਂ ਨਾਲ ਸੈਂਟੈਂਸ ਵੀ ਇੱਕ ਦੂਜੇ ਨਾਲ ਜੁੜੇ ਹੁੰਦੇ। ਸੋ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ, ਸਾਰਿਆਂ ਨੂੰ ਪਤਾ ਲੱਗ ਗਿਆ ਜੀ? ਮੈਨੂੰ ਯੈਸ ਔਰ ਨੋ ਦੱਸ ਦਿਓ ਜੀ ਕਿ ਕੀ ਸਾਰਿਆਂ ਨੂੰ ਪਤਾ ਚੱਲ ਗਿਆ?